ਸੋ ਸਟੂਡੈਂਟਸ ਨੈਕਸਟ ਆਪਣਾ ਜਿਹੜਾ ਚੈਪਟਰ ਹੈਗਾ ਉਹ ਹੈਗਾ ਜੀ ਹਾਈਡਰੋਡਾਇਨਮਿਕਸ। ਠੀਕ ਆ, ਉਸ ਦਾ ਫਸਟ ਟੌਪਿਕ ਹੈਗਾ ਵਿਸਕੋਸਿਟੀ। ਵਿਸਕੋਸਿਟੀ ਤੁਸੀਂ ਜਿਵੇਂ ਪਹਿਲਾਂ ਵੀ ਕੈਮਿਸਟਰੀ ਦੇ ਵਿੱਚ ਕਰ ਚੁੱਕੇ ਜੇ। ਠੀਕ ਆ, ਵਿਸਕੋਸਿਟੀ ਨੇ ਫ੍ਰਿਕਸ਼ਨ ਵਾਂਗ ਹੀ ਹੁੰਦੀ ਹੈ। ਠੀਕ ਆ, ਮਤਲਬ ਇਹ ਫਲੂਇਡਸ ਦੇ ਵਿੱਚ ਲੱਗਦੀ ਹੈ ਫ੍ਰਿਕਸ਼ਨ, ਉਹਨਾਂ ਦੀ ਲੇਅਰਸ ਦੇ ਵਿੱਚ। ਠੀਕ ਆ, so viscosity is the property of fluid by virtue of which an internal force of friction comes into play when a fluid is in motion, which opposes the relative motion between its different layers। layers ਜਿਹੜੀਆਂ ਨਾ, ਜਿਵੇਂ ਇੱਕ ਲੇਅਰ ਦੂਜੀ ਲੇਅਰ ਦੇ ਉੱਪਰ ਮੂਵ ਕਰ ਰਹੀ ਹੈ ਫਲੂਇਡ ਦੀ, ਇਹ ਨੀਚੇ ਵਾਲੀ ਲੇਅਰ ਉਹਨਾਂ ਨੇ ਤਾਂ ਬੈਕਵਰਡ ਨੂੰ ਅਪੋਜ਼ਿੰਗ ਫੋਰਸ ਲਗਾਉਣੀ ਹੈ। ਠੀਕ ਆ, ਤੇ ਇਸ ਨੂੰ ਆਪਾਂ ਕੀ ਕਹਿੰਦੇ ਆ, ਵਿਸਕੋਸਿਟੀ ਕਹਿੰਦੇ ਇਸੇ ਪ੍ਰੋਪਰਟੀ ਨੂੰ ਫਲੂਇਡ ਦੀ। ਦ ਬੈਕਵਰਡ ਡਰੈਗਿੰਗ ਫੋਰਸ ਕਾਲਡ ਵਿਸਕਸ ਡਰੈਗ ਜਾਂ ਵਿਸਕਸ ਫੋਰਸ। ਠੀਕ ਆ, ਲੇਅਰ ਜਿਵੇਂ ਇਹ ਲੇਅਰ ਇਹਦੇ ਉੱਪਰ ਇਹ ਮੂਵ ਕਰ ਰਹੀ ਹੈ, ਇਹ ਲੇਅਰ ਨੇ ਇਹਦੇ ਉੱਪਰ ਬੈਕਵਰਡ ਡਾਇਰੈਕਸ਼ਨ 'ਚ ਫੋਰਸ ਲਗਾਉਣੀ ਹੈ। ਠੀਕ ਆ, ਉਹਨੂੰ ਅਪੋਜ਼ ਕਰਨਾ। ਸੋ ਇਹ ਜਿਹੜੀ ਬੈਕਵਰਡ ਫੋਰਸ ਲੱਗਦੀ ਹੈ, ਅਪੋਜ਼ਿੰਗ ਫੋਰਸ ਲੱਗਦੀ ਹੈ, ਉਹਨੂੰ ਵੀ ਕਹਿੰਦੇ ਆਪਾਂ ਡਰੈਗ ਫੋਰਸ। ਠੀਕ ਹੈ ਜੀ, ਜਾਂ ਵਿਸਕਸ ਫੋਰਸ। It acts tangentially on the layers of fluid in motion and tend to destroy its motion। देखो ਇਹ ਉਦੋਂ ਹੀ ਫੋਰਸ ਐਗਜ਼ਿਸਟ ਕਰਦੀ ਹੈ ਜਦੋਂ ਕੀ ਹੁੰਦਾ ਕਿ ਜਦੋਂ ਫਲੂਇਡਸ ਮੋਸ਼ਨ ਦੇ ਵਿੱਚ ਆ, ਜਦੋਂ ਲੇਅਰਸ ਮੂਵ ਕਰਦੀਆਂ ਨੇ। ਠੀਕ ਆ, ਠੀਕ ਆ, ਇਹਨੇ ਇਹਨੂੰ ਅਪੋਜ਼ ਕਰਨਾ। ਜਿਵੇਂ ਇਹ ਲੇਅਰ ਇਹਦੇ ਉੱਪਰ ਮੂਵ ਕਰ ਰਹੀ ਨਾ, ਇਹਨੇ ਇਸ ਲੇਅਰ ਨੂੰ ਅਪੋਜ਼ ਕਰਨਾ। ਠੀਕ ਆ, ਵੀ ਇਹ ਮੂਵ ਨਾ ਕਰੇ, ਇਹਦੀ ਮੋਸ਼ਨ ਨੂੰ ਅਪੋਜ਼ ਕਰਨਾ। ਕਾਜ਼ ਆਫ ਵਿਸਕੋਸਿਟੀ, ਮਤਲਬ ਵਿਸਕੋਸਿਟੀ ਕਿਉਂ ਹੁੰਦੀ ਹੈ। ਸੋ ਕੀ ਹੁੰਦਾ ਕਿ ਜਿਵੇਂ ਦੇਖੋ ਇਹ ਸਰਫੇਸ ਫਿਕਸ ਕਰਤਾ ਮੈਂ। ਠੀਕ ਆ, ਫਿਕਸ ਕਰਤਾ, ਇਹਦੇ ਉੱਪਰ ਲੇਅਰਸ ਦੇ ਵਿੱਚ ਮੂਵ ਕਰ ਰਿਹਾ ਹੈ ਨਾ ਤੁਹਾਡਾ ਫਲੂਇਡ। ਜਿਵੇਂ ਜਿਵੇਂ ਉੱਪਰ ਨੂੰ ਜਾ ਰਿਹਾ ਨਾ, ਲੇਅਰਸ ਦੀ ਵੈਲੋਸਿਟੀ ਜਿਹੜੀ ਇਨਕਰੀਜ਼ ਹੁੰਦੀ ਜਾ ਰਹੀ ਹੈ। ਜਿਵੇਂ ਇਹ ਦੋ ਲੇਅਰ ਲੈ ਲਓ, ਜਿਵੇਂ ਇਹ ਲੈ ਲਓ A, ਇਹ ਲੈ ਲਓ B। ਨੀਚੇ ਵਾਲੀ ਜਿਹੜੀ ਆ ਉਹ ਸਲੋ ਮੂਵ ਕਰਨੀ ਹੈ, ਉੱਪਰ ਵਾਲੀ ਜਿਹੜੀ ਫਾਸਟ ਮੂਵ ਕਰਨੀ ਹੈ। ਠੀਕ ਆ, ਹੁਣ ਉੱਪਰ ਵਾਲੀ ਨੇ ਕਹਿਣਾ ਕਿ ਇਹਨੂੰ ਫਾਸਟ ਮੂਵ ਕਰਾਵਾਂ, ਇਸ ਲੇਅਰ ਨੇ ਕਹਿਣਾ ਕਿ ਮੈਂ ਸਲੋ ਚੱਲ ਰਹੀ ਹਾਂ, ਇਹਨੂੰ ਵੀ ਸਲੋ ਚਲਾਈਏ। ਠੀਕ ਹੈ, ਇਸ ਤਰੀਕੇ ਨਾਲ ਕੀ ਹੋ ਜਾਂਦਾ ਕਿ ਫਿਰ ਦੋਨੋਂ ਦੇ ਵਿੱਚ ਕੀ ਆ ਜਾਂਦੀ, ਅਪੋਜ਼ਿੰਗ ਫੋਰਸ। ਆ ਦੇਖੋ, ਜਿਵੇਂ ਇੱਧਰ ਨੂੰ ਮੂਵ ਕਰ ਰਿਹਾ, ਡਰੈਗਿੰਗ ਫੋਰਸ ਆ ਜਾਂਦੀ ਐ। ਠੀਕ ਆ, ਇਹ ਕਿੰਨੇ ਡਾਇਰੈਕਸ਼ਨ ਕਿਹੜੀ ਹੈਗੀ ਇਹਦੀ, ਟੈਂਡੈਂਸ਼ੀਅਲ ਟੂ ਦਾ ਸਰਫੇਸ, ਲੇਅਰ ਦੇ ਸਰਫੇਸ 'ਤੇ ਟੈਂਜੈਂਟ। ਜਿੱਥੇ ਦੋ ਲੇਅਰਸ ਨੇ ਨਾ, ਉਹਨਾਂ ਟੈਂਡੈਂਸ਼ੀਅਲੀ ਲੱਗਦੀ ਹੈ ਵਿਚਕਾਰ। ਠੀਕ ਆ, ਸੋ ਇਹ ਦਾ ਰੀਜ਼ਨ ਹੈਗਾ। ਸੋ ਇਹਦੀਆਂ ਪ੍ਰੈਕਟੀਕਲ ਐਗਜ਼ਾਮਪਲਸ ਹੈਗੀਆਂ ਨੇ। ਜਿਵੇਂ ਦੇਖੋ, ਜਿਵੇਂ ਅਸੀਂ ਸਵਿਮਿੰਗ ਪੂਲ 'ਚ ਸਵਿਮਿੰਗ ਕਰਦੇ ਹਾਂ, ਸਾਡੇ 'ਤੇ ਨਾ ਇੱਕ ਅਪੋਜ਼ਿੰਗ ਫੋਰਸ ਲੱਗਦੀ ਹੈ, ਰਜਿਸਟੈਂਸ ਲੱਗਦੀ ਹੈ। ਦੇਖੋਗੇ ਤੁਸੀਂ ਆਪਣਾ ਹੈਂਡ ਪਾਣੀ 'ਚ ਮੂਵ ਕਰੋਗੇ ਨਾ, ਤੁਸੀਂ ਦੇਖੋਗੇ ਇੱਕ ਫੋਰਸ ਲੱਗਣੀ ਹੈ ਤੁਹਾਡੇ ਹੱਥ ਹੈਂਡ 'ਤੇ। ਉਹ ਕਾਹਦਾ ਕਰਕੇ ਲੱਗਦੀ ਹੈ, ਡਿਊ ਟੂ ਵਿਸਕਸ ਫੋਰਸ ਆਫ ਵਾਟਰ। ਹੁਣ ਦੇਖੋ, ਇੱਕ ਤੁਸੀਂ ਵਾਟਰ ਲੈ ਲਓ, ਵਾਟਰ ਨੂੰ ਤੁਸੀਂ ਪਿਓਰ ਕਰਨਾ ਵਾ। ਇੱਕ ਗਲਾਸ ਵਾਟਰ ਆ, ਉਹਨੂੰ ਦੂਜੇ ਗਲਾਸ 'ਚ ਪਿਓਰ ਕਰਨਾ। ਇੱਕ ਗਲਾਸ 'ਚ ਹਨੀ ਆ, ਉਹਨੂੰ ਦੂਜੇ ਗਲਾਸ 'ਚ ਪਿਓਰ ਕਰਨਾ। ਕਿਹੜਾ ਈਜ਼ਲੀ ਹੋ ਜਾਏਗਾ? ਹੁਣ ਹਨੀ ਨੇ ਹੌਲੀ ਹੌਲੀ ਮੂਵ ਕਰਨਾ, ਕਿਉਂਕਿ ਉਹਦੇ ਕੋਲ ਕੀ ਹੈਗੀ ਆ, ਵਿਸਕਸ ਫੋਰਸ ਜ਼ਿਆਦਾ ਲੱਗ ਰਹੀ ਉਹਦੇ ਵਿੱਚ, ਉਹਦੀਆਂ ਲੇਅਰਸ ਦੇ ਵਿੱਚ, ਉਹਦੀ ਜ਼ਿਆਦਾ ਵਿਸਕੋਸਿਟੀ ਹੈ। ਵਾਟਰ ਦੀ ਵਿਸਕੋਸਿਟੀ ਉਹਦੀ ਕੰਪੇਅਰਡ ਘੱਟ ਆ। ਠੀਕ ਹੈ ਜੀ, ਠੀਕ ਹੈ ਸਟੂਡੈਂਟਸ। ਸੋ ਇਹ ਤਾਂ ਹੋ ਗਿਆ ਤੁਹਾਡਾ ਐਗਜ਼ਾਮਪਲਸ। ਹੁਣ ਕੋਫੀਸ਼ੀਐਂਟ ਲੱਭੀਏ। ਜਿਵੇਂ ਫ੍ਰਿਕਸ਼ਨ ਦਾ ਕੋਫੀਸ਼ੀਐਂਟ ਫਾਈਂਡ ਕੀਤਾ ਹੈ ਨਾ, ਕੋਫੀਸ਼ੀਐਂਟ ਤੁਹਾਨੂੰ ਕੀ ਪਤਾ ਚੱਲ ਜਾਂਦਾ ਕਿਹਦੇ ਕੋਲ ਵਿਸਕੋਸਿਟੀ ਜ਼ਿਆਦਾ, ਕਿਹਦੇ ਕੋਲ ਘੱਟ ਆ। ਠੀਕ ਆ, ਜਿਵੇਂ ਤੁਸੀਂ ਫਲੂਇਡ ਲੈ ਲਿਆ, ਦੀਆਂ ਦੋ ਲੇਅਰਸ ਲੈ ਲਈਆਂ, ਦੋਨਾਂ ਦਾ ਏਰੀਆ ਕੀ ਹੈਗਾ, ਸੇਮ ਏਰੀਆ। ਇਹ ਪੀ ਲੇਅਰ ਹੈ, ਕਿਊ ਲੇਅਰ ਆ, ਕਿਊ ਉੱਪਰਲੀ ਲੇਅਰ ਆ, ਵਿਚਕਾਰ ਡਰੈਗਿੰਗ ਫੋਰਸ ਲੱਗ ਗਈ। ਦੋਨਾਂ ਦੇ ਕੰਟੈਕਟ ਦੇ ਵਿੱਚ ਏਰੀਆ ਮੰਨ ਲਓ ਇਹ ਦੋਨਾਂ ਦਾ ਏਰੀਆ ਕੰਟੈਕਟ ਦੇ ਵਿੱਚ। ਇਹਦੀ ਵੈਲੋਸਿਟੀ V ਆ, ਉੱਪਰ ਵਾਲੇ ਦੀ ਕੀ ਹੋਣੀ ਹੈ, V + dV। ਠੀਕ ਆ, ਇਹ ਫਿਕਸਡ ਸਰਫੇਸ ਆ ਜਿੱਤੇ ਮੂਵ ਕਰ ਰਿਹਾ ਤੁਹਾਡੇ। ਕੋਈ ਲੇਅਰ ਦੋ ਲੈ ਲਈਆਂ ਅਸੀਂ ਐਡਜੈਸੈਂਟ ਲੇਅਰ। ਠੀਕ ਆ, ਇਹਦਾ ਡਿਸਟੈਂਸ ਇੱਥੋਂ x ਆ ਅਤੇ ਇਹਦਾ ਕਿੰਨਾ ਹੈਗਾ, x + dx ਆ। ਮਤਲਬ ਦੋਨਾਂ ਦੇ ਵਿੱਚ ਕਿੰਨਾ ਡਿਸਟੈਂਸ ਹੋਏਗਾ, dx ਹੋਏਗਾ। ਹੁਣ ਜਿਹੜੀ ਫੋਰਸ ਆ, ਡਰੈਗਿੰਗ ਫੋਰਸ ਆ, ਵਿਸਕਸ ਫੋਰਸ ਆ, ਇੱਧਰੋਂ ਲੱਗਣੀ ਹੈ ਨਾ। ਹੁਣ ਇਹ ਕਿਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈਗੀ ਆ, ਏਰੀਆ ਦੇ। ਜਿੰਨਾ ਜ਼ਿਆਦਾ ਏਰੀਆ ਕੰਟੈਕਟ 'ਚ ਹੋਏਗਾ, ਉਨੀ ਜ਼ਿਆਦਾ ਵਿਸਕਸ ਫੋਰਸ ਜ਼ਿਆਦਾ ਲੱਗੇਗੀ। ਸੈਕਿੰਡ, ਪ੍ਰਪੋਰਸ਼ਨਲ ਟੂ ਦਾ ਵੈਲੋਸਿਟੀ ਗ੍ਰੇਡੀਐਂਟ।
ਵੈਲੋਸਿਟੀ ਗ੍ਰੇਡੀਐਂਟ ਮੀਨਸ ਡੀ ਓਵਰ ਡੀ ਐਕਸ। ਜਿਵੇਂ ਇਹਨਾਂ ਦੀ ਵੈਲੋਸਿਟੀ ਦਾ ਕਿੰਨਾ ਡਿਫਰੈਂਸ ਹੈਗਾ, ਇਹਦੀ ਵੈਲੋਸਿਟੀ v, ਇਹਦੀ v ਪਲੱਸ ਡੀ ਹੈ, ਕਿੰਨਾ ਹੈਗਾ ਡੀ ਕਿੰਨੀ ਜ਼ਿਆਦਾ ਵੈਲੋਸਿਟੀ ਇਹਦੀ ਹੈ ਨਾ ਡੀ ਤੇ ਕਿੰਨਾ ਡਿਸਟੈਂਸ ਦੋਨਾਂ ਦੇ ਵਿੱਚ ਡੀ ਐਕਸ, ਡੀ ਓਵਰ ਡੀ ਐਕਸ, ਇਹਨੂੰ ਕਹਿੰਦੇ ਵੈਲੋਸਿਟੀ ਗ੍ਰੇਡੀਐਂਟ। ਦੋਨਾਂ ਨੂੰ ਕੰਬਾਈਨ ਕੀਤਾ ਕੀ ਆ ਗਿਆ ਡਾਇਰੈਕਟਲੀ ਪ੍ਰੋਪੋਰਸ਼ਨਲ A, ਡਾਇਰੈਕਟਲੀ ਪ੍ਰੋਪੋਰਸ਼ਨਲ ਡੀ ਓਵਰ ਡੀ ਐਕਸ। ਫਿਰ ਪ੍ਰੋਪੋਰਸ਼ਨੈਲਿਟੀ ਸਾਈਨ ਰਿਮੂਵ ਕੀਤਾ, ਸਾਡੇ ਕੋਲ ਕੀ ਆਣਾ ਕੌਨਸਟੈਂਟ। ਇਹਨੂੰ ਕੌਨਸਟੈਂਟ ਨੂੰ ਕੀ ਕਹਿੰਦੇ ਆਪਾਂ ਕੋਐਫੀਸ਼ੀਐਂਟ ਆਫ ਵਿਸਕੋਸਿਟੀ। ਹੁਣ ਨੈਗੇਟਿਵ ਸਾਈਨ ਦਾ ਕੀ ਮਤਲਬ ਆ ਕਿ ਜਿੱਧਰ ਨੂੰ ਫਲੂਇਡ ਤੁਹਾਡਾ ਮੂਵ ਕਰ ਰਿਹਾ, ਡਰੈਗਿੰਗ ਫੋਰਸ ਉਹ ਤੋਂ ਕੀ ਲੱਗ ਰਹੀ ਆ ਓਪੋਜ਼ਿਟ, ਕੀ ਲੱਗ ਰਹੀ ਆ ਓਪੋਜ਼ਿਟ। ਠੀਕ ਆ, ਹੁਣ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਨੂੰ ਆਪਾਂ ਡਿਫਾਈਨ ਕਰੀਏ। ਡਿਫਾਈਨ ਕਿਵੇਂ ਕਰਨਾ, ਹੁਣ ਇਹ ਕੋਐਫੀਸ਼ੀਐਂਟ ਵਿਸਕੋਸਿਟੀ ਵਿਸਕਸ ਫੋਰਸ ਦੇ ਇਕੁਅਲ ਕਦੋਂ ਹੋਏਗਾ, ਜਦੋਂ A ਵੀ 1 ਹੋਏਗਾ ਤਾਂ ਡੀ ਓਵਰ ਡੀ ਐਕਸ ਵੀ ਕੀ ਹੋਏਗਾ 1 ਹੋਏਗਾ। ਸਮਝ ਕਿੱਦਾਂ ਹੋਊਗਾ, ਹੁਣ ਡੀ ਓਵਰ ਡੀ ਐਕਸ 1 ਜਦੋਂ ਹੋ ਜਾਏਗਾ ਤੇ ਏਰੀਆ ਵੀ 1 ਹੋ ਜਾਏਗਾ, ਯੂਨਿਟ ਏਰੀਆ ਹੋ ਜਾਏਗਾ। ਇਹ ਵਿਸਕੋਸਿਟੀ ਕਿਹਦੇ ਕੋਲ ਆ ਜਾਏਗੀ ਵਿਸਕਸ ਫੋਰਸ ਦੇ ਆ ਜਾਏਗੀ। ਤਾਂ ਮੈਂ ਲਿਖ ਸਕਦਾ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਆਫ a liquid may be defined as the tangential viscous force required to maintain a unit velocity gradient between its two parallel layer each of unit area। ठीक है, यूनिट एरिया मतलब 1। ठीक है जी। ਨੈਕਸਟ ਹੈਗਾ ਜੀ ਯੂਨਿਟਸ ਆਫ ਕੋਐਫੀਸ਼ੀਐਂਟ ਆਫ ਵਿਸਕੋਸਿਟੀ। ਇਹਦੇ CGS ਯੂਨਿਟ ਕੀ ਹੈਗੇ ਨੇ, ਹੁਣ ਦੇਖੋ ਰੀਅਰੇਂਜ ਕਰ ਲੈਣਾ ਆਪਾਂ ਈਟਾ ਨੂੰ। ਈਟਾ ਕਿਹਦੇ ਕੋਲ ਆ ਗਿਆ F ਇੰਟੂ ਡੀ ਐਕਸ ਓਵਰ A ਡੀ। ਹੁਣ ਡੀ ਐਕਸ ਕੀ ਹੈਗਾ ਡਿਸਟੈਂਸ ਹੀ ਆ ਉਹਨਾਂ ਦੇ ਵਿੱਚ, ਫੋਰਸ ਦੇ ਕੀ ਹੁੰਦੇ ਆ ਯੂਨਿਟ। ਜੇ ਐਸ ਆਈ ਯੂਨਿਟ ਦੇਖਾਂ ਮੈਂ ਨਿਊਟਨ, ਇਹਦਾ ਮੀਟਰ ਓਵਰ ਏਰੀਆ ਦਾ ਕੀ ਹੁੰਦਾ ਮੀਟਰ ਸਕੇਅਰ, ਇਹਦਾ ਮੀਟਰ ਪਰ ਸੈਕਿੰਡ। ਕੀ ਆ ਗਿਆ 1 ਮੀਟਰ ਇਹਨਾਂ ਕੱਟਿਆ ਗਿਆ, ਕੀ ਆ ਗਿਆ ਨਿਊਟਨ ਸੈਕਿੰਡ ਪਰ ਮੀਟਰ ਸਕੇਅਰ ਹੈ ਨਾ। ਠੀਕ ਆ, ਜਾਂ ਇਹਦਾ ਕੀ ਯੂਨਿਟ ਹੈਗਾ ਇਹਦਾ ਐਸਾ ਯੂਨਿਟ ਪੋਇਸਲੀ और डेकापॉइस, ਇਹ ਦੋ ਯੂਨਿਟ ਹੈਗੇ ਨੇ। ਠੀਕ ਆ, ਇਹ ਕੋਈ ਵੀ ਤੁਸੀਂ ਲਿਖ ਸਕਦੇ ਜੀ, ਇਹ ਯੂਨਿਟਸ ਲਿਖ ਦਿਓ ਜਾਂ ਪੋਇਸਲੀ ਡੈਕਾਪੋਇਸ, ਇਹ ਤੁਹਾਡੀ ਮਰਜ਼ੀ ਆ। ਠੀਕ ਹੈ ਜੀ। ਹੁਣ ਦੇਖੋ ਜੇ ਇਹਨੂੰ CGS ਯੂਨਿਟ 'ਚ ਚੇਂਜ ਕਰਦੇ ਹਾਂ, CGS 'ਚ ਇੱਦਾਂ ਆ ਜਾਏਗਾ ਨਿਊਟਨ ਨੂੰ ਡਾਈਨ 'ਚ ਕੀਤਾ 10⁵ ਡਾਈਨ। ਠੀਕ ਆ, SI ਨੂੰ CGS 'ਚ ਚੇਂਜ ਕਰੀਏ ਤੇ 10 ਡਾਈਨ ਸੈਕਿੰਡ ਪਰ ਸੈਂਟੀਮੀਟਰ ਸਕੇਅਰ ਆ ਜਾਂਦਾ, ਜਾਂ ਕਿਹਦੇ ਕੋਲ ਆ ਜਾਂਦਾ 10 ਪੋਇਸ ਦੇ, ਇਹਨੂੰ ਪੋਇਸ ਦੇ ਇਕੁਅਲ CGS ਯੂਨਿਟ ਪੋਇਸ ਆ। ਠੀਕ ਆ, ਸੋ ਇੱਕ ਡੈਕਾ ਪੋਇਸ ਕਿਹਦੇ ਕੋਲ ਹੈਗਾ 10 ਪੋਇਸ। ਠੀਕ ਹੈ ਜੀ, ਹੁਣ ਇਹਦੇ ਨੁਮੈਰੀਕਲ ਕਰਦੇ ਹਾਂ ਆਪਾਂ। A metal plate 5 cm into 5 cm rest on a layer of castor oil 1 mm thick whose coefficient of viscosity is 1.55 Newton second per meter square. Find the horizontal force required to move the plate with the speed of 2 cm per second. ਹੁਣ ਏਰੀਆ ਕਿੰਨਾ ਏਰੀਆ, ਫਾਰਮੂਲਾ ਲਿਖੋ F is equal to ਈਟਾ A dV over dx। ਠੀਕ ਆ, ਈਟਾ ਕਿੰਨਾ ਹੈਗਾ 1.55, डी कितना देखो 2 सेंटीमीटर पर सैकेंड है ना। पहले यूनिट सेम करो इन्हों दे मीटर च करो। दिस इज़ 25 सेंटीमीटर स्केयर, सेंटीमीटर स्केयर मीटर च करांगे तो कितना डिवाइड करांगे, देखो की है जी 25/100 का स्केयर। ठीक है, है आ जाएगा। हम 1 मिलीमीटर इनू मीटर च करो 10⁻³ मीटर होएगा। ईटा डी वी कितना सेंटीमीटर पर सैकेंड आ, इनू मीटर पर सैकेंड च चेंज करो
तुहानूं करना आउंदा। फोर्स लभ ली, हॉरिजॉन्टल फोर्स मतलब विस्कस फोर्स। नेक्स्ट, square metal plate of 10 cm side moves parallel to another plate with a velocity of 10 cm per second. Both plates immersed in water. If the viscous force is 209 and viscosity of water is 0.01 poise, what is their distance apart? ਹੁਣ देखो सब तो पहला एरिया कितना होएगा, पैरेलल प्लेट ने स्केयर प्लेट है ना, एरिया कितना होएगा सेंटीमीटर। तो बेटा ऐसे यूनिट करोगे वधिया रहेगा। ठीक है जी। ठीक है स्टूडेंट्स, तुम ये कर लोगे, डी एक्स लभ लोगे तुम, है ना डिस्टेंस कितना पार्ट है डी एक्स मतलब। इस तो नैक्सट न्यूमेरिकल है स्केयर ए फ्लैट स्केयर प्लेट ऑफ साइड 20 cm मूव्स ओवर अनदर सिमिलर प्लेट विद ए थिनर लेयर ऑफ 0.4 cm ऑफ ए लिक्विड between them. If a force of 1 kg weight moves one of the plates uniformly with a velocity of 1 meter per second, calculate the coefficient of viscosity of the liquid. ठीक है, एरिया साइड इंटू साइड dx 0.4 cm, फोर्स 1 किलोग्राम वेट है, तुम पता 1 किलोग्राम वेट में न्यूटन कितना चेंज करना, 9.8 ना मल्टीप्लाई करके, डी वी 1 सेंटीमीटर में 1 मीटर पर सेकेंड, ईटा की वैल्यू फाइंड कर लो। ठीक है जी। बेटा आ पता की लिखा है, ये लिखा है पास्कल सेकेंड, क्योंकि वो इक्वल भी आता ना, देखो न्यूटन पर मीटर स्केयर इंटू सैकेंड, न्यूटन पर मीटर स्केयर की यूनिट होंदा, प्रैशर का भी होंदा है ना, तां करके। नैक्सट है जी कंपैरिजन बिटवीन विस्कस फोर्स एंड सॉलिड फ्रिक्शन। फ्रिक्शन पढ़ी है ना आप, पहला सिमिलैरिटी क्या है, बोथ विस्कस फोर्स एंड सॉलिड फ्रिक्शन कम्स इनटू प्ले whenever there is a relative motion. Relative motion both should be in motion with respect to each other. Okay, मतलब ਇਹ बॉडी मूव कर, ਇਹ दोनों एक दूजे के रिलेटिव होने चाहिए, मोशन च होने चाहिए एक दूजे के। ठीक है। सैकेंड, बोथ पोज द मोशन, सिमिलैरिटी भी है कि दोवें पोज करते मोशन, बोथ आर ड्यू टू मॉलिक्यूलर अट्रैक्शन, हाँ दोनों मॉलिक्यूलर अट्रैक्शन का करके है। नैक्सट है विस्कस फोर्स, डिफरेंस बिटवीन विस्कस फोर्स एंड सॉलिड फ्रिक्शन। ਇਹ ਤੁਸੀਂ ਫਾਰਮੂਲਾ ਲਿਖ ਦੇਣਾ, ਫਾਰਮੂਲੇ ਤੋਂ ਤੁਹਾਨੂੰ ਪਤਾ ਹੀ ਹੈ। देखो फॉर्मूले तो पता चल रहा है ना कि विस्कस फोर्स जी डिपेंड करती है एरिए पर, बट जी सॉलिड फ्रिक्शनल फोर्स है वो एरिए पर डिपेंड नहीं करती। इट इज़ डायरेक्टली प्रोपोर्शनल टू द रिलेटिव वेलोसिटी बिटवीन द टू लिक्विड लेयर। फॉर्मूला लिख लो ना तुम, इतों तुहानूं पता चल जाएगा। एरिए पर विस्कस फोर्स डिपेंड कर रही है, वेलोसिटी पर भी डिपेंड कर रही है, बट जी फ्रिक्शन आ वो डिपेंड नहीं करती। ਹੁਣ ਜਿਹੜੀ ਵਿਸਕਸ ਫੋਰਸ ਆ ਨੋਰਮਲ ਡਾਇਰੈਕਸ਼ਨ ਤੋਂ ਇੰਡੀਪੈਂਡੈਂਟ ਆ, ਇਹ ਨੋਰਮਲ ਡਾਇਰੈਕਸ਼ਨ 'ਤੇ ਡਿਪੈਂਡ ਕਰਦੀ ਹੈ। ਐਫ ਇਜ਼ ਇਕੁਅਲ ਟੂ ਮਿਊ ਆਰ ਹੁੰਦਾ ਨਾ ਸੋਲਿਡ ਫ੍ਰਿਕਸ਼ਨ। ਠੀਕ ਆ, ਜਿਵੇਂ ਬੋਡੀ ਇੱਥੇ ਪਈ ਆ, ਆਰ ਕਿਹਦੇ ਇਕੁਅਲ ਆ ਐਮ ਜੀ ਦੇ, ਫ੍ਰਿਕਸ਼ਨ ਮਿਊ ਇੰਟੂ ਆਰ ਹੈ ਨਾ, ਆਰ 'ਤੇ ਡਿਪੈਂਡ ਕਰਦੀ ਨਾ ਸੋਲਿਡ ਫ੍ਰਿਕਸ਼ਨ, ਬਟ ਵਿਸਕਸ ਫੋਰਸ ਨਹੀਂ ਕਰਦੀ। Next, variation of viscosity with temperature and pressure. हम देखो ਜਿਹੜੇ ਤਾਂ ਹੈਗਾ फस्ट हैगा इफेक्ट ऑफ टैंपरेचर ऑन विस्कोसिटी। पहला गल करते हैं लिक्विड की, जो लिक्विड में आप हीट करीदा की करती है, किनेटिक एनर्जी इनक्रीज कर जाती मॉलिक्यूल्स की। तो किनेटिक थ्योरी ऑफ गैसेस भी पढ़िया है केमिस्ट्री, किनेटिक एनर्जी इनक्रीज कर जाती है, लिक्विड में हीट करीदा किनेटिक एनर्जी इनक्रीज कर जाती है ना। फिर की होएगा,
एंड द इंटरमोलिकुलर अट्रैक्शन बिकम्स वीकर। जो इंटरमोलिकुलर फोर्सिस आ वो घट जांदियां ने जदों कनेटिक एनर्जी इंक्रीज हो जाती है, क्योंकि फास्ट मूव करते हैं, अट्रैक्शनस घट जांदियां ने। हुण जे अट्रैक्शनस घट गई तुहानूं पता विस्कोसिटी, फिर विस्कस फोर्स की होनी, घट जानी है। विस्कोसिटी ऑफ लिक्विड डिक्रीजेज विद द इंक्रीज इन इट्स टैंपरेचर। ठीक है, नैक्सट है गैसेस की विस्कोसिटी। ਹੁਣ देखो जी हम गैसिस का कहना करके होंगी है विस्कोसिटी ड्यू टू डिफ्यूजन होता, डिफ्यूजन है इंटरमिक्सिंग ऑफ गैसिस कहना करके होंगी है ड्यू टू डिफ्यूजन होती है जो एक लेयर सैकेंड लेयर तक मूव करती है। तो डिफ्यूजन की होंगी है डायरैक्टली प्रपोर्शनल टू द स्क्वायर रूट ऑफ इट्स एब्सोल्यूट टैंपरेचर। डिफ्यूजन मतलब जिदा टैंपरेचर बढ़ता वा उन्नी डिफ्यूजन बढ़ती है। तो किया है कैमिस्ट्री किया है। तो जिन्नी ज़्यादा डिफ्यूजन होएगी उन्ना ज़्यादा की होनी है विस्कोसिटी। डिफ्यूजन डायरैक्टली प्रोपोर्शनल टू विस्कोसिटी। सो टैंपरेचर बढ़ने नाल डिफ्यूजन बढ़नी है तो उन्ना विस्कोसिटी भी बढ़नी है। इट मीनस कि विस्कोसिटी की हैगी है डायरैक्टली प्रोपोर्शनल टू टैंपरेचर फॉर द केस ऑफ गैसिस। ठीक है, नैक्सट इफैक्ट ऑफ प्रैशर। कल वाटर छड्ड के ना जिन्ने लिक्विड है सारिया की विस्कोसिटी इनक्रीज करती है विद इनक्रीज इन प्रैशर। ठीक है जी, ठीक है जी। सो वाटर छड्ड के जिन्ने भी लिक्विड है उन्होंने विस्कोसिटी इनक्रीज करती है विद इनक्रीज इन प्रैशर। बट वाटर के केस क्या होंगे कि विस्कोसिटी डिक्रीज करती है विद इनक्रीज इन प्रैशर। ठीक है, शुरू के स्टार्टिंग जो प्रैशर इनक्रीज करना शुरू करता। तो गैसिस दा विस्कोसिटी इंडिपेंडेंट ऑफ प्रैशर। ठीक है जी। तो प्रैक्टिकल एग्जाम्पल्स है एप्लीकेशनस है विस्कोसिटी दियाँ। हम लुबरीकेंट जिन्हें मशीनस वास्ते यूज़ होंगे अलग अलग सिस्टम की वो डिपेंड करता कि लुबरीकेंट की कितनी वेलोसिटी है, विस्कोसिटी है सॉरी। हुण जिहड़े लिक्विड्स की ज़्यादा विस्कोसिटी है बफरस होंगे ना, ट्रेन के डब्बे जोड़े होंगे उन्होंने भी ना हुण देखो जो ट्रेन स्टॉप होंगी है रुकती है की होंदा कि जे तो विस्कस मटीरियल आप ना यूज़ करिए लिक्विड की होएगा एकदम आके वजेगा जारी फोर्स लगेगी वो ना विस्कस लिक्विड आप फिल किया होंदा ज़्यादा विस्कोसिटी वाला ताकि वो शॉक को अब्जॉर्ब कर ले। ठीक है, फॉर अब्जॉर्बिंग शॉक्स ड्यूरिंग द शंटिंग ऑफ ट्रेन्स। अपनी बॉडी च बड़ा रोल है इसका, आर्टरीज ते वेन्स जो ब्लड फ्लो करता। ठीक है जी, सो ये है प्रैक्टिकल एप्लीकेशंस। नैक्सट है स्टूडेंट्स पॉइसली फॉर्मूला की है कि जिवें तुहाडी ट्यूब आ तुहाडी ट्यूब आ सिलेंड्रिकल ट्यूब आ ये फ्लूइड लिक्विड मूव कर रहा हॉरीजेंटल ट्यूब ਲਈ मैं ਕਿਹੜੀ ਲਈ हॉरीजेंटल है हॉरीजेंटली रखिया इदा ਇਹਦਾ रेडियस आर लेंथ एल। ਹੁਣ देखो ਹੁਣ लिक्विड ये अंदर किमें फ्लो करेगा इन द फॉर्म ऑफ सिलेंड्रिकल लेयर्स, इन द फॉर्म ऑफ सिलेंड्रिकल लेयर्स। यह है एक्सिस इहदा एक्सिस तो अवे जाई जावांगे लेयर्स की जी वेलोसिटी आ डिक्रीज होती जाएगी। इतों उपर ਨੂੰ जाई जाऊगी लेयर्स की वेलोसिटी की होती जाएगी डिक्रीज होती जाएगी। जी वॉल के कोल होएगी ना लेयर वो वेलोसिटी बाकी लेयर नालों सब तो घट होएगी।
आ देखो सारिया लेयर्स की वेलोसिटी शो की है एरो के नाल। ठीक है, पॉइसली फॉर्मूला सानू की दसेगा कि 1 सैकेंड दे विच कितना वॉल्यूम फ्लो करता ये हॉरीजेंटल ट्यूब के विचों, कपिलरी ट्यूब चों। कपिलरी ट्यूब देखी ही ना, ये बड़ी छोटी जी ट्यूब होंगी है, रेडियस बहुत घट होंगे। ठीक है, rate of flow of liquid through a horizontal capillary tube and concluded that volume of liquid flowing per second through a capillary tube varies। देखो उन्हें क्या कितना वॉल्यूम फ्लो करता वा, जोड़ा वॉल्यूम फ्लो करता है ये वाटर जो लिक्विड कोई भी जो फ्लो कर रहा वो डायरैक्टली प्रपोर्शनल है जिन्ना इन्होंने दोनों एंड के प्रैशर डिफरेंस वो डायरैक्टली प्रपोर्शनल। डायरैक्टली प्रपोर्शनल है जिन्ना यदा रेडियस है वो पावर 4, जिन्ना ज़्यादा रेडियस होएगा उन्नी ज़्यादा 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 लिक्विड जो फ्लो करेगा। इनवर्सली प्रपोर्शनल है लेंथ दे, जिन्नी ट्यूब की लेंथ आ वो इनवर्सली प्रपोर्शनल करेगा वॉल्यूम। ठीक है जी, एंड नैक्सट की है जो वॉल्यूम है इनवर्सली प्रपोर्शनल है कोएफिशिएंट ऑफ विस्कोसिटी ऑफ द लिक्विड। जिन्नी ज़्यादा विस्कोसिटी होगी लिक्विड की उन्ना घट वॉल्यूम फ्लो करेगा। ठीक है जी, ठीक है जी। जोड़ा वी है ना यह है रेट ऑफ वॉल्यूम ऑफ लिक्विड फ्लोइंग आउट पर सैकेंड। वी क्या है वॉल्यूम ऑफ ए लिक्विड flowing out per second through a horizontal capillary tube। ठीक है, इनवर्सली प्रोपोर्शनल है विस्कोसिटी जो असीं सारिਆਂ ਨੂੰ कंबाइन किया की है आ रेट मतलब एक वॉल्यूम है कि वॉल्यूम पर यूनिट टाइम है पर यूनिट टाइम। 1 सैकेंड जितना वॉल्यूम फ्लो करता वो है वॉल्यूम। ठीक है, 1 सैकेंड कितना फ्लो करेगा वी ए होगा डायरेक्टली प्रोपोर्शनल टू पी डायरेक्टली टू R4 इनवर्सली टू एल एंड ईटा। जो इनू हटाया गया कॉन्सटेंट के पी R4 ओवर ईटा एल, तो के की वैल्यू अपने को है पाई ओवर 8। की फार्मूला बन गया V इज इक्वल टू पाई ओवर 8 पी R4 ओवर ईटा एल। ठीक है जी, सो बेटा इनू ही डिमेंशनल किवें प्रूव कर सकते हैं। तो डिमेंशनल फार्मूला किया होया किवें ड्राइव करना फार्मूला। सो ये हुण तुहाडी असाइनमेंट है कि तुसीं इहनूं ड्राइव करना खुद।